ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਅਸੀਂ ਗੱਲ ਕਰਾਂਗੇ ਪਹਿਲੇ ਵਿਸ਼ਵ ਯੁੱਧ ਜਾਣੀ ਕਿ ਵਰਲਡ ਵਾਰ ਫਸਟ ਦੇ ਬਾਰੇ ਵਿੱਚ। ਇਸ ਵਿਸ਼ਵ ਯੁੱਧ ਵਿੱਚ ਕਿਹੜੇ ਕਿਹੜੇ ਦੇਸ਼ ਸ਼ਾਮਲ ਸਨ, ਕਿਹੜੇ ਕਿਹੜੇ ਦੇਸ਼ਾਂ ਦਾ ਨੁਕਸਾਨ ਹੋਇਆ ਅਤੇ ਕੀ ਕਾਰਨ ਸੀ ਇਸ ਵਿਸ਼ਵ ਯੁੱਧ ਦੇ ਲੱਗਣ ਦਾ ਅਤੇ ਇਸ ਦਾ ਨਤੀਜਾ ਕੀ ਨਿਕਲਿਆ, ਇਸ ਬਾਰੇ ਅੱਜ ਅਸੀਂ ਵਿਸਤਾਰ ਨਾਲ ਜਾਣਾਂਗੇ। ਸੋ ਸੰਗਤ ਜੀ, ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ। ਚਲੋ ਸੰਗਤ ਜੀ, ਵੀਡੀਓ ਸ਼ੁਰੂ ਕਰਦੇ ਹਾਂ। ਪਹਿਲੇ ਵਿਸ਼ਵ ਯੁੱਧ ਨੂੰ ਦੀ ਗ੍ਰੇਟ ਵਾਰ ਜਾਂ ਦਾ ਵਾਰ ਟੂ ਐਂਡ ਆਲ ਵਾਰਸ ਜਾਂ ਗਲੋਬਲ ਵਾਰ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਸਮੇਂ ਇਹ ਮੰਨਿਆ ਜਾਂਦਾ ਸੀ ਕਿ ਇਹ ਲੜਾਈ ਹੁਣ ਤੱਕ ਦੀਆਂ ਲੜਾਈਆਂ 'ਚੋਂ ਸਭ ਤੋਂ ਵੱਡੀ ਲੜਾਈ ਹੈ। ਕਿਹਾ ਜਾਂਦਾ ਸੀ ਕਿ ਇਸ ਯੁੱਧ ਤੋਂ ਬਾਅਦ ਅਗਲੇ ਆਉਣ ਵਾਲੇ 60-70 ਸਾਲਾਂ ਵਿੱਚ ਇਹੋ ਜਿਹਾ ਯੁੱਧ ਨਹੀਂ ਹੋਵੇਗਾ। ਇਸ ਯੁੱਧ ਵਿੱਚ ਤਬਾਹੀ ਇੰਨੀ ਵੱਡੇ ਪੱਧਰ 'ਤੇ ਹੋਈ ਸੀ ਕਿ ਕਿਹਾ ਜਾਂਦਾ ਸੀ ਕਿ ਜੋ ਵੀ ਦੇਸ਼ ਇਸ ਵਿੱਚ ਸ਼ਾਮਲ ਹਨ ਉਹਨਾਂ ਨੂੰ ਸੰਭਲਣ ਲਈ 60-70 ਵਰ੍ਹੇ ਲੱਗ ਜਾਣਗੇ। ਪਰੰਤੂ ਜਦੋਂ ਸੈਕਿੰਡ ਵਰਲਡ ਵਾਰ ਦੂਸਰਾ ਵਿਸ਼ਵ ਯੁੱਧ ਹੋਇਆ ਤਾਂ ਇਸ ਦਾ ਨਾਮ ਬਦਲ ਕੇ ਵਰਲਡ ਵਾਰ ਫਸਟ ਰੱਖ ਦਿੱਤਾ ਗਿਆ। ਵਰਲਡ ਵਾਰ ਇਸ ਲਈ ਕਿ ਇਸ ਵਿੱਚ ਦੁਨੀਆ ਦੇ ਕਈ ਦੇਸ਼ ਆਪਸ ਵਿੱਚ ਲੜੇ ਅਤੇ ਬੇਇੰਤਹਾ ਜਾਨੀ ਮਾਲੀ ਨੁਕਸਾਨ ਹੋਇਆ। ਦੁਨੀਆ ਦਾ ਪਹਿਲਾ ਵਿਸ਼ਵ ਯੁੱਧ 28 ਜੁਲਾਈ 1914 ਨੂੰ ਸ਼ੁਰੂ ਹੋਇਆ ਅਤੇ 11 ਨਵੰਬਰ 1918 ਤੱਕ ਚੱਲਿਆ। ਹੁਣ ਗੱਲ ਕਰਦੇ ਹਾਂ ਉਹਨਾਂ ਦੇਸ਼ਾਂ ਦੀ ਜਿਹੜੇ ਦੇਸ਼ ਇਸ ਯੁੱਧ ਵਿੱਚ ਲੜੇ ਸਨ। ਇਹ ਯੁੱਧ ਦੋ ਗਰੁੱਪਾਂ ਵਿੱਚ ਲੜਿਆ ਗਿਆ ਸੀ। ਇੱਕ ਦਾ ਨਾਂ ਅਲਾਈਨ ਪਾਵਰ, ਜਿਸ ਵਿੱਚ ਰਸ਼ੀਆ, ਫਰਾਂਸ, ਬ੍ਰਿਟੇਨ, ਜਾਪਾਨ ਔਰ USA ਦੇਸ਼ ਸ਼ਾਮਿਲ ਸਨ, ਅਤੇ ਦੂਸਰੇ ਗਰੁੱਪ ਦਾ ਨਾਮ ਸੀ ਸੈਂਟਰਲ ਪਾਵਰ। ਇਸ ਗਰੁੱਪ ਦੇ ਮੈਂਬਰ ਸਨ ਜਰਮਨੀ, ਆਸਟਰੀਆ, ਹੰਗਰੀ ਅਤੇ ਆਟੋਮਨ ਅੰਪਾਇਰ। ਇਸ ਵਿਸ਼ਵ ਯੁੱਧ ਦੇ ਕਾਰਨਾਂ ਦੀ ਗੱਲ ਕਰਨ ਤੋਂ ਪਹਿਲਾਂ ਇਹਨਾਂ ਦੇਸ਼ਾਂ ਦੀਆਂ ਸੰਧੀਆਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਆਪਣੀ ਪਾਵਰ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਅਲੱਗ-ਅਲੱਗ ਦੇਸ਼ਾਂ ਨੇ ਇੱਕ ਦੂਸਰੇ ਨਾਲ ਗੁਪਤ ਸਮਝੌਤੇ ਕਰ ਲਏ। ਕਿਸੇ ਦੂਸਰੇ ਦੇਸ਼ ਨੂੰ ਇਸ ਗੱਲ ਦਾ ਪਤਾ ਤੱਕ ਨਹੀਂ ਸੀ ਕਿ ਇਹਨਾਂ ਦੇਸ਼ਾਂ ਵਿੱਚ ਗੁਪਤ ਸਮਝੌਤੇ ਹੋਏ ਹਨ। ਇਹਨਾਂ ਵਿੱਚੋਂ ਮੁੱਖ ਸਮਝੌਤੇ ਸਨ ਨੰਬਰ 1 ਟ੍ਰਿਪਲ ਅਲਾਇੰਸ। ਇਹ ਸਮਝੌਤਾ ਜਰਮਨੀ, ਆਸਟਰੀਆ, ਹੰਗਰੀ ਅਤੇ ਇਟਲੀ ਦੇਸ਼ਾਂ ਵਿੱਚ 1982 ਵਿੱਚ ਹੋਇਆ। ਇਸ ਸਮਝੌਤੇ ਅਨੁਸਾਰ ਜੇਕਰ ਇਹਨਾਂ ਤਿੰਨਾਂ ਦੇਸ਼ਾਂ ਵਿੱਚੋਂ ਕਿਸੇ ਇੱਕ ਦੇਸ਼ 'ਤੇ ਵੀ ਕੋਈ ਦੂਸਰਾ ਦੇਸ਼ ਹਮਲਾ ਕਰਦਾ ਹੈ ਤਾਂ ਇਹ ਤਿੰਨੋਂ ਦੇਸ਼ ਇਕੱਠੇ ਹੋ ਕੇ ਉਸ ਦੇਸ਼ ਲਈ ਡਿਫੈਂਸ ਕਰਨਗੇ। ਨੰਬਰ 2 'ਤੇ ਸਮਝੌਤਾ ਹੋਇਆ ਟ੍ਰਿਪਲ ਐਂਟਾਂਟ ਨਾਂ ਦਾ। ਇਹ ਸਮਝੌਤਾ 1907 ਵਿੱਚ ਫਰਾਂਸ, ਬ੍ਰਿਟੇਨ ਅਤੇ ਰਸ਼ੀਆ ਵਿੱਚ ਹੋਇਆ। ਪਹਿਲਾਂ 1904 ਵਿੱਚ ਫਰਾਂਸ ਅਤੇ ਬ੍ਰਿਟੇਨ ਵਿੱਚ ਇੱਕ ਸਮਝੌਤਾ ਹੋਇਆ ਜਿਸ ਨੂੰ ਐਂਟਾਂਟ ਕੋਰਡੀਆਲ ਕਹਿੰਦੇ ਹਨ, ਅਤੇ ਜਦੋਂ 1907 ਵਿੱਚ ਰੂਸ ਦਾ ਇਹਨਾਂ ਦੇ ਨਾਲ ਸਮਝੌਤਾ ਹੋਇਆ ਤਾਂ ਇਹ ਟ੍ਰਿਪਲ ਐਂਟਾਂਟ ਬਣ ਗਿਆ। ਹੁਣ ਗੱਲ ਕਰਦੇ ਹਾਂ ਯੁੱਧ ਦੇ ਕਾਰਨਾਂ ਦੀ। ਤਾਂ ਸਭ ਤੋਂ ਪਹਿਲਾਂ ਹਨ ਅਲਾਇੰਸਿਸ ਜਾਨੀ ਕਿ ਸੰਧੀਆਂ। ਆਪਾਂ ਹੁਣੇ ਇਹਨਾਂ ਦੇਸ਼ਾਂ ਦੀਆਂ ਆਪਸ ਵਿੱਚ ਸੰਧੀਆਂ ਹੋਣ ਦੇ ਬਾਰੇ ਵਿੱਚ ਗੱਲ ਕਰ ਚੁੱਕੇ ਹਾਂ, ਪਰ ਫਿਰ ਵੀ ਇਹ ਗੱਲ ਜਾਣਦੇ ਹੋਏ ਵੀ ਕਈ ਦੇਸ਼ਾਂ ਨੇ ਇਸ ਯੁੱਧ ਵਿੱਚ ਹਿੱਸਾ ਲਿਆ। ਨੰਬਰ 2 ਤੇ ਕਾਰਨ ਹੈ ਮਿਲੀਟਰਿਜ਼ਮ। ਹਰ ਦੇਸ਼ ਆਪਣੇ ਆਪ ਨੂੰ ਅਧਿਕ ਸ਼ਕਤੀਸ਼ਾਲੀ ਸਿੱਧ ਕਰਨ ਲਈ ਨਵੇਂ-ਨਵੇਂ ਹਥਿਆਰ, ਨਵੇਂ-ਨਵੇਂ ਟੈਂਕ, ਨਵੀਆਂ-ਨਵੀਆਂ ਵੱਡੀਆਂ ਅਤੇ ਪਾਵਰਫੁਲ ਮਸ਼ੀਨ ਗੰਨਾਂ, ਵੱਡੀ ਤੋਂ ਵੱਡੀ ਫੌਜ ਅਤੇ ਜਹਾਜ਼ ਬਣਾਉਣ ਵਿੱਚ ਲੱਗੇ ਹੋਏ ਸਨ। ਇਹਨਾਂ ਸਾਰੀਆਂ ਚੀਜ਼ਾਂ ਵਿੱਚ ਬ੍ਰਿਟੇਨ ਅਤੇ ਜਰਮਨੀ ਸਭ ਤੋਂ ਅੱਗੇ ਸਨ। ਇੱਥੇ ਇੰਡਸਟਰੀਅਲ ਰੈਵੋਲੂਸ਼ਨ ਬੜੀ ਤੇਜ਼ੀ ਨਾਲ ਵੱਧ ਰਿਹਾ ਸੀ। ਇਸੇ ਦੌੜ ਵਿੱਚ ਆਪਣੇ ਆਪ ਨੂੰ ਸਭ ਤੋਂ ਅੱਗੇ ਰੱਖਣ ਲਈ ਹਰ ਦੇਸ਼ ਨੇ ਆਪਣੀ ਆਪਣੀ ਸ਼ਕਤੀ ਦਾ ਪ੍ਰਯੋਗ ਕੀਤਾ ਅਤੇ ਇਹ ਵਰਲਡ ਵਾਰ ਦਾ ਮੁੱਖ ਕਾਰਨ ਬਣਿਆ। ਨੰਬਰ 3 'ਤੇ ਹੈ ਇੰਪੀਰੀਅਲਿਜ਼ਮ, ਜਿਸ ਨੂੰ ਆਪਾਂ ਕਹਿੰਦੇ ਹਾਂ ਸਾਮਰਾਜਵਾਦ। ਸਾਧਾਰਨ ਸ਼ਬਦਾਂ ਵਿੱਚ ਕਹੀਏ ਤਾਂ ਪੱਛਮੀ ਯੂਰਪ ਦੇ ਦੇਸ਼ ਚਾਹੁੰਦੇ ਸਨ ਕਿ ਅਸੀਂ ਦੂਸਰੇ ਦੇਸ਼ਾਂ 'ਤੇ ਰਾਜ ਕਰੀਏ ਅਤੇ ਆਪਣੀ ਮੈਨ ਪਾਵਰ ਯਾਨੀ ਆਰਮੀ ਅਤੇ ਸਾਰੇ ਰਿਸੋਰਸਸ ਨੂੰ ਵਧਾਈਏ। ਇਸ ਮਾਮਲੇ ਵਿੱਚ ਬ੍ਰਿਟੇਨ ਸਭ ਤੋਂ ਅੱਗੇ ਸੀ, ਜਿਸ ਨੇ ਭਾਰਤ ਨੂੰ ਵੀ ਆਪਣੇ ਅਧੀਨ ਕਰ ਲਿਆ ਸੀ। ਇੱਕ ਸਮਾਂ ਸੀ ਜਦੋਂ ਬ੍ਰਿਟੇਨ 25% ਦੁਨੀਆ ਵਿੱਚ ਆਪਣਾ ਰਾਜ ਕਾਇਮ ਕਰ ਚੁੱਕਾ ਸੀ। ਇਹਦੇ ਨਾਲ ਸਾਰੇ ਯੂਰਪੀਅਨ ਕੰਟਰੀਜ਼ ਨੇ ਅਫਰੀਕਾ 'ਤੇ ਆਪਣਾ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਇਸ ਦਾ ਏਰੀਆ ਬਹੁਤ ਵੱਡਾ ਸੀ।
ਡੈਥ ਆਫ ਆਰਕਡਿਊਕ ਫ੍ਰੈਂਚ ਫੈਰਡੀਨੈਂਡ 28 ਜੂਨ 1914। ਇਸ ਘਟਨਾ ਦਾ ਵਰਲਡ ਵਾਰ ਨਾਲ ਬਹੁਤ ਵੱਡਾ ਸੰਬੰਧ ਸੀ। ਆਰਕਡਿਊਕ ਆਸਟਰੀਆ ਹੰਗਰੀ ਦੇ ਰਾਜਕੁਮਾਰ ਸੀ ਅਤੇ ਬਾਅਦ ਵਿੱਚ ਰਾਜਾ ਬਣਨ ਵਾਲੇ ਸੀ। ਇੱਕ ਵਾਰੀ ਉਹ ਆਸਟਰੀਆ ਹੰਗਰੀ ਦੇ ਸਾਰਾਜੇਵੋ ਨਾਂ ਦੇ ਸ਼ਹਿਰ ਵਿੱਚ ਇੱਕ ਟੂਰ ਤੇ ਆਏ ਸੀ। ਸਾਰਾਜੇਵੋ ਸ਼ਹਿਰ ਹੁਣ ਬੋਸਨੀਆ ਵਿੱਚ ਹੈ। ਇੱਥੇ ਬਲੈਕ ਹੈਂਡ ਨਾਂ ਦੀ ਇੱਕ ਆਰਗੇਨਾਈਜੇਸ਼ਨ ਨੇ ਇਹਨਾਂ ਉੱਤੇ ਹਮਲਾ ਕੀਤਾ ਅਤੇ ਉਸੇ ਆਰਗੇਨਾਈਜੇਸ਼ਨ ਦੇ ਇੱਕ ਆਦਮੀ ਨੇ ਇਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਹੁਣ ਇਹਨਾਂ ਦੀ ਮੌਤ ਤੋਂ ਬਾਅਦ ਬਹੁਤ ਵੱਡੀ ਗਿਣਤੀ ਵਿੱਚ ਲੋਕ ਭੜਕ ਉੱਠੇ ਅਤੇ ਸਰਬੀਆ ਨੂੰ ਧਮਕੀ ਦੇਣ ਲੱਗੇ, ਕਿਉਂਕਿ ਸਰਬੀਆ ਬੋਸਨੀਆ ਦੇ ਪਾਸ ਇੱਕ ਦੇਸ਼ ਹੈ ਜਿੱਥੋਂ ਦੇ ਅਧਿਕਾਰੀਆਂ ਨੇ ਬੋਸਨੀਆ ਦੇ ਪ੍ਰਿੰਸ ਨੂੰ ਮਰਾ ਕੇ ਬੋਸਨੀਆ ਨੂੰ ਆਜ਼ਾਦ ਕਰਾਉਣ ਦੀ ਸਾਜ਼ਿਸ਼ ਰਚੀ ਸੀ। ਜੁਲਾਈ ਕ੍ਰਾਈਸਿਸ। ਆਸਟਰੀਆ ਹੰਗਰੀ ਨੇ ਬਿਨਾਂ ਯੁੱਧ ਕੀਤੇ ਸਰਬੀਆ ਨੂੰ ਆਪਣੇ ਹਵਾਲੇ ਕਰਨ ਲਈ ਧਮਕੀ ਦਿੱਤੀ। ਇਸ ਤੋਂ ਬਾਅਦ ਸਰਬੀਆ ਨੇ ਰਸ਼ੀਆ ਕੋਲੋਂ ਮਦਦ ਮੰਗੀ, ਕਿਉਂਕਿ ਇਹਨਾਂ ਦੋਵਾਂ ਦੇਸ਼ਾਂ ਵਿੱਚ ਸਲੈਵਿਕ ਲੋਕ ਰਹਿੰਦੇ ਸਨ। ਰਸ਼ੀਆ ਤਾਂ ਪਹਿਲਾਂ ਹੀ ਇਹਨਾਂ ਗੱਲਾਂ ਵਿੱਚ ਇੰਟਰਫੇਰੈਂਸ ਕਰਨਾ ਚਾਹੁੰਦਾ ਸੀ। ਉਸ ਤੋਂ ਬਾਅਦ ਆਸਟਰੀਆ ਹੰਗਰੀ ਨੇ ਜਰਮਨੀ ਕੋਲੋਂ ਮਦਦ ਮੰਗੀ, ਕਿਉਂਕਿ ਇਹਨਾਂ ਦੋਵਾਂ ਵਿੱਚ 1882 ਵਿੱਚ ਇੱਕ ਸੰਧੀ ਹੋਈ ਸੀ, ਜਿਸ ਦੇ ਬਾਰੇ ਵਿੱਚ ਆਪਾਂ ਸ਼ੁਰੂ ਤੋਂ ਹੀ ਵੀਡੀਓ ਵਿੱਚ ਗੱਲ ਕਰ ਚੁੱਕੇ ਹਾਂ। ਇਸ ਤੋਂ ਬਾਅਦ ਜਰਮਨੀ ਨੇ ਆਸਟਰੀਆ ਹੰਗਰੀ ਨੂੰ ਸਪੋਰਟ ਕੀਤਾ। ਇਸ ਨੂੰ ਜੁਲਾਈ ਕ੍ਰਾਈਸਿਸ ਦੇ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹ ਸਭ 28 ਜੂਨ ਪ੍ਰਿੰਸ ਦੀ ਮੌਤ ਤੋਂ ਬਾਅਦ ਜੁਲਾਈ ਮਹੀਨੇ ਵਿੱਚ ਹੋਇਆ ਸੀ। ਵਾਰ ਡਿਕਲੇਅਰਡ। ਆਸਟਰੀਆ ਹੰਗਰੀ ਅਤੇ ਜਰਮਨੀ ਨੇ ਸਰਬੀਆ ਤੇ ਯੁੱਧ ਕਰਨ ਦੀ ਘੋਸ਼ਣਾ ਕਰ ਦਿੱਤੀ। ਉਸ ਤੋਂ ਬਾਅਦ ਰਸ਼ੀਆ ਨੇ ਜਰਮਨੀ ਤੇ ਯੁੱਧ ਕਰਨ ਦੀ ਘੋਸ਼ਣਾ ਕਰ ਦਿੱਤੀ। ਉਸ ਤੋਂ ਕੁਝ ਦਿਨ ਬਾਅਦ ਹੀ ਫਰਾਂਸ ਨੇ ਵੀ ਜਰਮਨੀ ਤੇ ਯੁੱਧ ਕਰਨ ਦੀ ਘੋਸ਼ਣਾ ਕਰ ਦਿੱਤੀ, ਕਿਉਂਕਿ ਰਸ਼ੀਆ ਨੇ ਅਤੇ ਫਰਾਂਸ ਨੇ ਵੀ ਇੱਕ ਸੰਧੀ ਕੀਤੀ ਹੋਈ ਸੀ ਜੋ ਸੀ ਟ੍ਰਿਪਲ ਐਂਟੈਂਟ। ਇਸ ਦੇ ਬਾਰੇ ਵਿੱਚ ਵੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਇਸ ਦੇ ਨਾਲ ਇਟਲੀ, ਜੋ ਕਿ ਜਰਮਨੀ ਅਤੇ ਆਸਟਰੀਆ ਹੰਗਰੀ ਨਾਲ ਇੱਕ ਸੰਧੀ ਵਿੱਚ ਬੱਝਾ ਹੋਇਆ ਸੀ, ਉਸਨੇ ਇਹ ਕਹਿ ਕੇ ਆਪਣਾ ਦਲ ਬਦਲ ਲਿਆ ਕਿ ਉਸ ਦਾ ਸਮਝੌਤਾ ਸਿਰਫ ਡਿਫੈਂਸ ਲਈ ਆਸਟਰੀਆ ਹੰਗਰੀ ਅਤੇ ਜਰਮਨੀ ਨਾਲ ਹੋਇਆ ਹੈ, ਨਾ ਕਿ ਅਟੈਕ ਕਰਨ ਲਈ। ਅਤੇ ਯੁੱਧ ਦੇ ਸ਼ੁਰੂਆਤੀ ਕੁਝ ਮਹੀਨਿਆਂ ਤੋਂ ਹੀ ਇਟਲੀ ਨੇ ਟ੍ਰਿਪਲ ਐਂਟੈਂਟ ਦੀ ਤਰਫ ਤੋਂ ਲੜਨਾ ਸ਼ੁਰੂ ਕਰ ਦਿੱਤਾ। ਹੁਣ ਜੁਲਾਈ ਕ੍ਰਾਈਸਿਸ ਦੇ ਬਾਅਦ ਅਗਸਤ 1914 ਵਿੱਚ ਯੁੱਧ ਦੀ ਸ਼ੁਰੂਆਤ ਹੋਈ। ਸਭ ਤੋਂ ਪਹਿਲਾਂ ਜਰਮਨੀ ਨੇ ਫਰਾਂਸ ਤੇ ਅਟੈਕ ਕੀਤਾ, ਕਿਉਂਕਿ ਰਸ਼ੀਆ ਦੀ ਆਰਮੀ ਅਤੇ ਰਿਸੋਰਸਿਸ ਬਹੁਤ ਜ਼ਿਆਦਾ ਸੀ ਅਤੇ ਉਹ ਪਹਿਲਾਂ ਫਰਾਂਸ ਨੂੰ ਆਪਣੇ ਰਸਤੇ 'ਚੋਂ ਹਟਾਉਣਾ ਚਾਹੁੰਦੇ ਸਨ। ਬਾਅਦ ਵਿੱਚ ਉਹ ਰਸ਼ੀਆ ਤੇ ਅਟੈਕ ਕਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਬੈਲਜੀਅਮ ਦਾ ਰੂਟ ਚੁਣਿਆ ਅਤੇ ਫਰਾਂਸ ਤੇ ਅਟੈਕ ਕੀਤਾ। ਜਿਉਂ ਹੀ ਜਰਮਨੀ ਦੀ ਆਰਮੀ ਬੈਲਜੀਅਮ ਦੇ ਰਸਤੇ ਫਰਾਂਸ ਵਿੱਚ ਵੜੀ, ਬ੍ਰਿਟੇਨ ਨੇ ਜਰਮਨੀ ਦੇ ਖਿਲਾਫ ਯੁੱਧ ਦੀ ਘੋਸ਼ਣਾ ਕਰ ਦਿੱਤੀ, ਕਿਉਂਕਿ ਬ੍ਰਿਟੇਨ ਅਤੇ ਬੈਲਜੀਅਮ ਵਿੱਚ ਵੀ 1839 ਵਿੱਚ ਇੱਕ ਸੰਧੀ ਹੋਈ ਸੀ, ਜਿਸ ਵਿੱਚ ਬ੍ਰਿਟੇਨ ਨੇ ਬੈਲਜੀਅਮ ਦੀ ਰੱਖਿਆ ਕਰਨੀ ਸੀ। ਇਸ ਲਈ ਹੁਣ ਬ੍ਰਿਟੇਨ ਨੇ ਵੀ ਆਪਣੀ ਆਰਮੀ ਫਰਾਂਸ ਭੇਜ ਦਿੱਤੀ ਉਸ ਦੀ ਮਦਦ ਲਈ। ਜਰਮਨੀ ਦੀ ਫੌਜ ਫਰਾਂਸ ਵਿੱਚ ਵੜਨ ਵਿੱਚ ਤਾਂ ਸਫਲ ਹੋ ਗਈ, ਪਰ ਫਰਾਂਸ ਨੂੰ ਹਰਾ ਨਾ ਸਕੀ, ਕਿਉਂਕਿ ਬ੍ਰਿਟੇਨ ਨੇ ਫਰਾਂਸ ਨੂੰ ਸਪੋਰਟ ਕਰ ਦਿੱਤਾ ਸੀ। ਔਰ ਦੂਜੇ ਪਾਸੇ ਜਰਮਨੀ ਨੇ ਰਸ਼ੀਆ ਦੇ 3 ਲੱਖ ਫੌਜੀਆਂ ਨੂੰ ਮਾਰ ਕੇ ਰਸ਼ੀਆ ਨੂੰ ਪਛਾੜ ਦਿੱਤਾ। ਉਸ ਤੋਂ ਬਾਅਦ ਆਟੋਮਨ ਅੰਪਾਇਰ ਨੇ 29 ਅਕਤੂਬਰ 1914 ਨੂੰ ਰਸ਼ੀਆ ਤੇ ਅਟੈਕ ਕੀਤਾ, ਕਿਉਂਕਿ ਇਹ ਦੋਵੇਂ ਬਹੁਤ ਪੁਰਾਣੇ ਦੁਸ਼ਮਣ ਸਨ ਅਤੇ ਇੱਕ ਦੂਜੇ ਤੇ ਕੰਟਰੋਲ ਕਰਨਾ ਚਾਹੁੰਦੇ ਸਨ। ਇਸ ਦਾ ਦੂਜਾ ਕਾਰਨ ਇਹ ਵੀ ਹੈ ਕਿ ਰਸ਼ੀਆ ਜਿਸ ਸਮੁੰਦਰੀ ਰੂਟ ਨਾਲ ਦੁਨੀਆ ਨਾਲ ਜੁੜਿਆ ਹੋਇਆ ਸੀ, ਉਹ ਆਟੋਮਨ ਅੰਪਾਇਰ ਦੇ ਕੋਲੋਂ ਦੀ ਡਾਰਡਨਲ ਸਟ੍ਰੇਟਸ ਦੇ ਕੋਲੋਂ ਦੀ ਜਾਂਦਾ ਸੀ। ਇਸ ਲਈ ਰਸ਼ੀਆ ਪਹਿਲਾਂ ਤੋਂ ਹੀ ਇਹ ਚਾਹੁੰਦਾ ਸੀ ਕਿ ਆਟੋਮਨ ਅੰਪਾਇਰ ਉਸ ਦੇ ਰਸਤੇ ਵਿੱਚ ਕੋਈ ਰੁਕਾਵਟ ਨਾ ਪਾਵੇ। ਇਸ ਲਈ ਇਹ ਦੋਵੇਂ ਇੱਕ ਦੂਜੇ ਦੇ ਖਿਲਾਫ ਯੁੱਧ ਵਿੱਚ ਉਤਰੇ। ਉਸ ਤੋਂ ਬਾਅਦ ਆਟੋਮਨ ਅੰਪਾਇਰ ਨੇ ਸੁਇਸ ਕੈਨਾਲ ਤੇ ਹਮਲਾ ਕਰ ਦਿੱਤਾ, ਕਿਉਂਕਿ ਬ੍ਰਿਟਿਸ਼ ਅਤੇ ਇੰਡੀਆ ਨੂੰ ਜੋੜਨ ਵਾਲੀ ਇਹ ਇੱਕ ਮੁੱਖ ਕੜੀ ਸੀ। ਹਾਲਾਂਕਿ ਬਾਅਦ ਵਿੱਚ ਇਸ ਨੂੰ ਬਚਾ ਲਿਆ ਗਿਆ। ਲਗਭਗ 3 ਸਾਲ ਨਾ ਜਰਮਨੀ ਅੱਗੇ ਵਧਿਆ ਅਤੇ ਨਾ ਫਰਾਂਸ ਅੱਗੇ ਵਧਿਆ। ਕਹਿੰਦੇ ਹਨ ਉਸ ਸਮੇਂ ਲੜਾਈ ਟਰੰਚਿਸ ਵਿੱਚ ਹੁੰਦੀ ਸੀ। ਟਰੰਚਿਸ ਜ਼ਮੀਨ ਅੰਦਰ ਬਣਾਈਆਂ ਗਈਆਂ ਨਾਲੀਆਂ ਦੀ ਤਰ੍ਹਾਂ ਦਿਸਦੇ ਹੈ, ਜਿੱਥੇ ਸੈਨਿਕ ਗੋਲੀਆਂ ਚਲਾਉਂਦੇ ਹਨ ਅਤੇ ਇਹ ਡਿਫੈਂਸ ਵਿੱਚ ਵੀ ਕਾਫੀ ਕੰਮ ਆਉਂਦੀ ਹੈ। ਸੈਨਿਕ ਆਪਣਾ ਬਹੁਤ ਸਾਰਾ ਸਮਾਂ ਇਸ ਵਿੱਚ ਹੀ ਗੁਜ਼ਾਰਦੇ ਹਨ। ਬੈਟਲ ਆਫ ਸੋਮ। ਇਹ ਲੜਾਈ 1 ਜੁਲਾਈ 1916 ਤੋਂ ਸ਼ੁਰੂ ਹੋਈ ਅਤੇ ਨਵੰਬਰ 1916 ਤੱਕ ਚੱਲੀ। ਇਸ ਵਿੱਚ ਅਲਾਈਡਸ ਪਾਵਰ ਦੇ 80,000 ਸੈਨਿਕ ਇੱਕ ਦਿਨ ਵਿੱਚ ਮਾਰੇ ਗਏ, ਜਿਹਦੇ ਵਿੱਚ ਜ਼ਿਆਦਾਤਰ ਬ੍ਰਿਟੇਨ ਦੇ ਸਨ।
ਫਰਾਂਸ ਅਤੇ ਬ੍ਰਿਟੇਨ ਨੇ ਅਫਰੀਕਾ ਵਿੱਚ ਜਰਮਨੀ ਦੀ ਕਲੋਨੀਜ਼ ਤੇ ਹਮਲਾ ਕਰ ਦਿੱਤਾ। ਉਧਰੋਂ ਦੂਸਰੀ ਤਰਫ ਜਾਪਾਨ ਨੇ ਵੀ ਮਾਈਕਰੋਨੇਸ਼ੀਆ ਅਤੇ ਚਾਈਨਾ ਵਿੱਚ ਜਰਮਨੀ ਦੀ ਕੁਝ ਕਲੋਨੀਜ਼ ਤੇ ਹਮਲਾ ਕਰ ਦਿੱਤਾ। ਜਾਪਾਨ ਯੁੱਧ ਵਿੱਚ ਬ੍ਰਿਟੇਨ ਅਤੇ ਉਸਦੇ ਵਿੱਚ ਹੋਈ ਇੱਕ ਸੰਧੀ ਦੇ ਕਾਰਨ ਕੁੱਦ ਗਿਆ। ਬਲੈਕ ਸੀ ਵਿੱਚ ਆਟੋਮਨ ਸ਼ਿਪਸ ਨੇ ਰਸ਼ੀਆ ਦੇ ਕੁਝ ਬੰਦਰਗਾਹਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਤੁਰਕੀ ਯਾਨੀ ਆਟੋਮਨ ਅੰਪਾਇਰ ਦੇ ਕੈਲੀਪੋਲੀ ਸ਼ਹਿਰ ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਆਰਮੀ ਨੇ ਹਮਲਾ ਕਰ ਦਿੱਤਾ। ਇਸ ਆਰਮੀ ਨੂੰ ਇਨਜ਼ੈਗ ਵੀ ਕਿਹਾ ਜਾਂਦਾ ਹੈ, ਪਰ ਇਸ ਨੂੰ ਪੂਰੀ ਸਫਲਤਾ ਨਹੀਂ ਮਿਲੀ। ਜਰਮਨੀ ਅਤੇ ਬ੍ਰਿਟੇਨ ਵਿੱਚ ਨੈਵਲ ਵਾਰ ਸ਼ੁਰੂ ਹੋ ਗਿਆ, ਲੇਕਿਨ ਇੱਥੇ ਜਰਮਨੀ ਦੀ ਬਣਾਈ ਗਈ ਸਬਮਰੀਨਸ ਨੇ ਅਲਾਈਡ ਸ਼ਿਪਸ ਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਸਬਮਰੀਨਸ ਨੂੰ ਯੂ ਬੋਟਸ ਵੀ ਕਿਹਾ ਜਾਂਦਾ ਸੀ। ਅਮਰੀਕਾ ਐਂਟਰਸ ਇਨ ਵਾਰ। ਪਹਿਲਾਂ ਤਾਂ ਜਰਮਨੀ ਅਲਾਈਡ ਸ਼ਿਪਸ ਤੇ ਹੀ ਅਟੈਕ ਕਰਦਾ ਸੀ, ਪਰ ਬਾਅਦ ਵਿੱਚ ਜਰਮਨੀ ਨੇ ਪੈਸੇਂਜਰ ਸ਼ਿਪਸ ਤੇ ਵੀ ਅਟੈਕ ਕਰਨਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਆਮ ਲੋਕ ਅਮਰੀਕਾ ਤੋਂ ਯੂਰਪ ਜਾਂਦੇ ਸਨ। ਇਸੇ ਤਰ੍ਹਾਂ ਹੀ ਇੱਕ ਵਾਰੀ 1200 ਲੋਕਾਂ ਦੀ ਮੌਤ ਇੱਕ ਬੋਟ ਵਿੱਚ ਹੋ ਗਈ। ਇਸ ਲਈ ਅਪ੍ਰੈਲ 1917 ਵਿੱਚ ਅਮਰੀਕਾ ਨੇ ਵੀ ਇਸ ਯੁੱਧ ਵਿੱਚ ਆਪਣੇ ਕਦਮ ਰੱਖ ਲਏ, ਕਿਉਂਕਿ ਅਮਰੀਕਾ ਦੇ ਬਹੁਤ ਸਾਰੇ ਲੋਕ ਇਸ ਅਟੈਕ ਵਿੱਚ ਮਾਰੇ ਗਏ ਸਨ। ਐਂਡਿੰਗ ਆਫ ਵਾਰ। ਹੁਣ USA ਲਗਾਤਾਰ ਆਪਣਾ 10,000 ਸੈਨਿਕ ਦਿੱਲੀ ਬ੍ਰਿਟੇਨ ਦੀ ਤਰਫ ਤੋਂ ਜਰਮਨੀ ਦੇ ਖਿਲਾਫ ਭੇਜ ਰਿਹਾ ਸੀ। ਉਧਰ ਦੂਸਰੇ ਪਾਸੇ ਰਸ਼ੀਆ ਵਿੱਚ ਇੱਕ ਰੈਵੋਲੂਸ਼ਨ ਹੋਇਆ ਅਤੇ ਇੱਕ ਗਵਰਨਮੈਂਟ ਬਣੀ ਫੈਬਰਵਰੀ 1917 ਵਿੱਚ। ਕੁਝ ਸਮੇਂ ਬਾਅਦ ਅਕਤੂਬਰ 1917 ਵਿੱਚ ਹੋਰ ਕ੍ਰਾਂਤੀ ਆਈ, ਜਿਸ ਵਿੱਚ ਲੈਨਿਨ ਨਾਮ ਦੇ ਇੱਕ ਨੇਤਾ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਜਰਮਨੀ ਦੇ ਨਾਲ ਇੱਕ ਸ਼ਾਂਤੀ ਸਮਝੌਤਾ ਕੀਤਾ ਅਤੇ ਆਪਣੀ ਤਰਫ ਤੋਂ ਯੁੱਧ ਨੂੰ ਰੋਕ ਦਿੱਤਾ। ਹੁਣ ਜਰਮਨੀ ਦੇ ਖਿਲਾਫ ਇੱਕ ਤਰਫ ਲੜਾਈ ਚੱਲ ਰਹੀ ਸੀ, ਯਾਨੀ ਬ੍ਰਿਟੇਨ ਔਰ ਫਰਾਂਸ ਦੀ ਤਰਫ ਤੋਂ। ਪਰ ਹੁਣ ਅਮਰੀਕਾ ਵੀ ਬ੍ਰਿਟੇਨ ਦੇ ਨਾਲ ਖੜਿਆ ਸੀ, ਜਿਸ ਦੇ ਕੋਲ ਬਹੁਤ ਜ਼ਿਆਦਾ ਸੈਨਾ ਅਤੇ ਰਿਸੋਰਸਿਸ ਸਨ। ਅੰਤ ਵਿੱਚ ਅਲਾਈਨ ਪਾਵਰ ਦੀ ਆਰਮੀ ਨੇ ਆਪਣੀ ਤਰਫ ਤੋਂ ਹਮਲਾ ਜਾਰੀ ਰੱਖਿਆ ਔਰ ਸੈਂਟਰਲ ਪਾਵਰਸ ਯਾਨੀ ਜਰਮਨੀ, ਆਟੋਮਨ ਅੰਪਾਇਰ ਅਤੇ ਆਸਟਰੀਆ ਹੰਗਰੀ ਨੂੰ ਹਰਾ ਦਿੱਤਾ ਅਤੇ 11 ਨਵੰਬਰ 1918 ਨੂੰ ਸਵੇਰੇ 11 ਵਜੇ ਜਰਮਨੀ ਦੇ ਯੁੱਧ ਵਿਰਾਮ ਸਮਝੌਤੇ ਤੇ ਸਾਈਨ ਕਰਾ ਲਏ। ਅਗਲੇ ਸਾਲ 28 ਜੂਨ 1919 ਨੂੰ ਟ੍ਰੇਟੀ ਆਫ ਵਰਸਲਿਸ ਫਾਈਨਲ ਹੋਇਆ। ਇਸ ਦੇ ਅਕੋਰਡਿੰਗ ਇਸ ਦੀਆਂ ਬਹੁਤ ਸਾਰੀਆਂ ਸ਼ਰਤਾਂ ਸਨ, ਜਿਸ ਵਿੱਚ ਜਰਮਨੀ ਨੂੰ ਇਸ ਯੁੱਧ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਜਰਮਨੀ ਨੂੰ ਇਸ ਦਾ ਬਹੁਤ ਸਾਰਾ ਫਾਈਨ ਦੇਣਾ ਪਿਆ। ਜਰਮਨੀ ਬਹੁਤ ਸਾਲਾਂ ਤੱਕ ਇਹ ਫਾਈਨ ਖਤਮ ਨਹੀਂ ਕਰ ਪਾਇਆ। ਹੁਣੇ ਹੀ ਅਜੇ 2010 ਵਿੱਚ ਜਰਮਨੀ ਇਸ ਫਾਈਨ ਨੂੰ ਚੁਕਾ ਪਾਇਆ ਹੈ ਅਤੇ ਬਹੁਤ ਸਾਰੀਆਂ ਕੰਟਰੀਜ਼ ਤੇ ਬਹੁਤ ਸਾਰਾ ਕਰਜ਼ਾ ਆ ਗਿਆ, ਜਿਸ ਨਾਲ ਉਹਨਾਂ ਦੀ ਆਰਥਿਕ ਸਥਿਤੀ ਬਹੁਤ ਜ਼ਿਆਦਾ ਵਿਗੜ ਗਈ। ਹੁਣ ਗੱਲ ਕਰਦੇ ਹਾਂ ਇਸ ਜੰਗ ਦਾ ਰਿਜ਼ਲਟ ਕੀ ਨਿਕਲਿਆ। ਇਸ ਯੁੱਧ ਵਿੱਚ ਬਹੁਤ ਸਾਰੇ ਅੰਪਾਇਰਸ ਖਤਮ ਹੋਏ, ਜਿਵੇਂ ਜਰਮਨੀ ਅੰਪਾਇਰ, ਆਸਟਰੀਆ ਹੰਗਰੀ ਅੰਪਾਇਰ, ਰਸ਼ੀਆ ਅੰਪਾਇਰ, ਆਟੋਮਨ ਅੰਪਾਇਰ। ਨੰਬਰ 2, ਬਹੁਤ ਸਾਰੇ ਨਵੇਂ ਦੇਸ਼ ਬਣੇ, ਜਿਵੇਂ ਆਸਟਰੀਆ ਹੰਗਰੀ, ਯੂਗੋਸਲਾਵੀਆ ਅਤੇ ਬਹੁਤ ਸਾਰੇ ਐਸੇ ਕੰਟਰੀ ਜੋ ਕਿ ਆਸਟਰੀਆ ਹੰਗਰੀ ਕਿੰਗਡਮ ਦੇ ਅੰਦਰ ਆਉਂਦੇ ਸਨ। ਇਸ ਤੋਂ ਇਲਾਵਾ ਪੋਲੈਂਡ, ਇੰਗਲੈਂਡ, ਇਸਟੋਨੀਆ, ਲਤਵੀਆ, ਲਿਥੁਆਨੀਆ ਵਰਗੇ ਬਹੁਤ ਸਾਰੇ ਦੇਸ਼ ਇੰਡੀਪੈਂਡੈਂਟ ਸੀ। ਨੰਬਰ 3, ਲੜਾਈ ਦੇ ਦੌਰਾਨ 17 ਮਿਲੀਅਨ ਲੋਕ ਲੜਾਈ ਦੇ ਵਿੱਚ ਮਾਰੇ ਜਾ ਚੁੱਕੇ ਸਨ। ਨੰਬਰ 4, ਕਈ ਬਿਮਾਰੀਆਂ ਫੈਲਣ ਦੇ ਕਾਰਨ 50 ਮਿਲੀਅਨ ਤੋਂ ਵੱਧ ਲੋਕ ਮਾਰੇ ਗਏ। ਨੰਬਰ 5, ਮੇਲ ਪਾਪੂਲੇਸ਼ਨ ਬਹੁਤ ਜ਼ਿਆਦਾ ਘੱਟ ਹੋ ਗਈ। ਨੰਬਰ 6, ਇਸ ਲੜਾਈ ਵਿੱਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਦੇਸ਼ ਕਰਜ਼ ਹੇਠਾਂ ਦੱਬੇ ਗਏ। ਨੰਬਰ 7, ਜਰਮਨ ਕਲੋਨੀਜ਼ ਹੁਣ ਬ੍ਰਿਟੇਨ ਅਤੇ ਫਰਾਂਸ ਦੀ ਹੋ ਗਈ। ਨੰਬਰ 8, USA ਇੰਟਰਨੈਸ਼ਨਲ ਪਾਵਰ ਬਣਨ ਵਾਲਾ ਸੀ। ਹੁਣ ਗੱਲ ਕਰਦੇ ਹਾਂ ਇਫੈਕਟਸ ਆਫ ਵਰਲਡ ਵਾਰ 1 ਔਨ ਇੰਡੀਆ। ਇੰਡੀਆ ਦੇ ਉੱਤੇ ਇਸ ਦੇ ਕੀ ਪ੍ਰਭਾਵ ਪਏ। ਉਸ ਸਮੇਂ ਭਾਰਤ ਬ੍ਰਿਟਿਸ਼ ਦੇ ਅੰਡਰ ਸੀ, ਤਾਂ ਲਗਭਗ 13 ਲੱਖ ਭਾਰਤੀ ਫੌਜੀ ਬ੍ਰਿਟਿਸ਼ ਦੀ ਔਰ ਤੋਂ ਲੜੇ। ਲਗਭਗ ਭਾਰਤ ਦੇ 50,000 ਸੈਨਿਕ ਮਾਰੇ ਗਏ। ਇਹਨਾਂ ਦੀ ਯਾਦ ਲਈ ਹੀ ਇੰਡੀਆ ਗੇਟ ਮੈਮੋਰੀਅਲ ਬਣਾਇਆ ਗਿਆ ਹੈ।